राग महला पंजवा। मन बिलास बहुरंग घना, दृष्ट फूल खुशियां, छतर तार बादशाहियां, विच सहसे परियां। भाई रे सुख साध संग पाया, लिखिया लेख तिन पुरख विधातै। दुख सहसा मिट गया रहाओ, जेते थान थनंतरा, तेते भव आया। तन पाती वड भूमिया, मेरी मेरी कर परया। हुक्म चलाए निसंग होए, वरतै अफरया। सबको वसगत कर लियो, बिन नामे खाक रलिया। कोट 33 सेवका, सिद्ध साधक दर खरिया। गिरंबारी वड साहबी, सब नानक सुपन थिया। धन धन गुरु अर्जुन देव सच्चे पातशाह उस सदीवी ते सच्चे सुख दी जानकारी देंदे हैं। इस शब्द दी रहाओ दी पंक्ति अंदर गुरुदेव फरमांदे ने, भाई रे सुख साध संग पाया, लिखिया लेख तिन पुरख विधाते। दुख सहसा मिट गया। हे भाई, सदीवी ते सच्चा सुख गुरु दी संगत विच प्राप्त हुंदा। मनुख दुनियावी पदार्थां विचों सुख पालदा, पर क्योंकि जिहड़े पदार्थ ने वो आप सदीवी नहीं है। कोई भी पदार्थ टिकाऊ नहीं। सारे पदार्थां बारे गुरुदेव दा ये फैसला है, माई माया छल, तिनकी अग्न मेघ की छाया। गोबिंद भजन बिन हड़ का जल। ये जितने मायावी पदार्थ ने ये छल रूप ने, भाव धोखा दे जान वाले हन, बदल जान वाले। ते जिन्हां पदार्थां दी अपनी ही कोई हस्ती नहीं या सदीवी नहीं, उन्हां तो प्राप्त होने वाले सुख भी कदे सदीवी नहीं हो सकते। इसलिए गुरुदेव प्राणी मात्र नूं ये जानकारी दे रहे हैं, उपदेश करते हैं। भाई रे सुख साध संग पाया, जे तैनू सदीवी सुख दी भाल है, जेड़ा सुख कदे भी नाश ना होवे, तां फिर उस परमात्मा नू जप। ते जपण लई सब तो वधिया स्थान गुरु की संगत है। इसलिए गुरुदेव फरमांदे ने, मेरे मन जप गुरु गोपाल प्रभ सोई। इत्थे जप दे पप्पे नूं सियारी है, जपना कर। उस सब तो वड्डे ज्ञान दाते गोपाल धरती दे पालन वाले, जाकी शरण पया सुख पाईऐ, बाहुड़ दुख ना होई। जिस दी शरण विच पैण करके फिर कदे दुख नहीं हुंदा, और जिस दी शरण विच पैण करके सारे सुखां दी प्राप्ति हुंदी। मेरे मन जप गुर गोपाल प्रभ सोई। जप दे पप्पे नूं सियारी होवे ते जपना कर। किस नूं जपना कर? उस गुर गोपाल नूं। जाकी शरण पया सुख पाईऐ,
ਬਾਹੁੜ ਦੁੱਖ ਨਾ ਹੋਈ। ਜਿਹਦੀ ਸ਼ਰਨ ਵਿੱਚ ਪੈਣ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏ। ਫਿਰ ਉਸ ਦੀ ਜਾਣਕਾਰੀ ਦਿੰਦੇ ਆ ਪਾਤਸ਼ਾਹ ਕਹਿੰਦੇ ਨੇ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਅਬਿਨਾਸੀ ਦਾ ਅਰਥ ਹੈ ਜੋ ਕਦੇ ਨਾਸ ਨਹੀਂ ਹੁੰਦਾ। ਤੋ ਜਿਸਨੇ ਨਾਸ ਨਹੀਂ ਹੋਣਾ ਉਹਦੇ ਦਰ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਨੇ ਵੀ ਕਦੇ ਨਾਸ ਨਹੀਂ ਹੋਣਾ। ਫਿਰ ਉਹ ਕਿਸੇ ਇੱਕ ਦਾ ਦਾਤਾ ਨਹੀਂ ਬਲਕਿ ਜੀਵਨ ਕੋ ਦਾਤਾ, ਸਾਰੇ ਜੀਵਾਂ ਦਾ ਦਾਤਾ ਹੈ, ਸਭ ਦੀ ਸੰਭਾਲ ਕਰਨ ਵਾਲਾ ਹੈ ਔਰ ਸਭ ਨੂੰ ਦਾਨ ਦੇਣ ਵਾਲਾ ਹੈ। ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਜਿਸ ਦਾ ਸਿਮਰਨ ਕੀਤਿਆਂ ਮਨ ਉੱਤੇ ਲੱਗੀ ਹੋਈ ਵਿਕਾਰਾਂ ਦੀ ਮੈਲ ਵੀ ਖਤਮ ਹੋ ਜਾਂਦੀ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਉਹ ਗੁਣਾਂ ਦਾ ਖਜ਼ਾਨਾ ਹੈ, ਉਹ ਭਗਤਾਂ ਦੀ ਨਿਤ ਵਰਤੋਂ ਵਾਲੀ ਚੀਜ਼ ਹੈ ਔਰ ਉਸ ਦੀ ਘਰ ਤੋਂ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਜੋ ਵੀ ਮੰਗੋ ਲਿਓ, ਜੋ ਮੰਗੈ ਸੋ ਲੇਵੈ ਪ੍ਰਭੇ ਆਪਣਿਆਂ ਭਗਤਾਂ ਦੇਵੈ। ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨ ਚੂਕੈ ਭੋਗ। ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤੈ ਦੁੱਖ ਸਹਿਸਾ ਮਿਟ ਗਿਆ। ਪਰ ਸਾਧ ਸੰਗਤ ਵਿੱਚ ਕੌਣ ਜੁੜਦੇ ਹਨ? ਸੱਚਾ ਸੁੱਖ ਕਿਹਨਾਂ ਨੂੰ ਪ੍ਰਾਪਤ ਹੁੰਦਾ? ਜਿਨ੍ਹਾਂ ਦੇ ਮੱਥੇ ਉੱਤੇ ਵਿਧਾਤਾ ਹੈ। ਵਿਧਾਤਾ ਦੇ ਤੱਤੇ ਨੂੰ ਦੋ ਲਾਵਾਂ ਨੇ, ਵਿਧਾਤੇ ਨੇ। ਵਿਧਾਤਾ ਵੀ ਉਸ ਪਰਮਾਤਮਾ ਨੂੰ ਕਿਹਾ ਜਾਂਦਾ ਹੈ ਜੋ ਜੀਵਾਂ ਦੇ ਕਰਮਾਂ ਦਾ ਫਲ ਪ੍ਰਦਾਤਾ। ਲਿਖਿਆ ਲੇਖ ਤਿੰਨ ਪੁਰਖ ਵਿਧਾਤਾ, ਜਿਨ੍ਹਾਂ ਦੇ ਮੱਥੇ ਉੱਤੇ ਉਸ ਪੁਰਖ ਵਿਧਾਤੇ ਨੇ ਚੰਗੇ ਕਰਮ ਲਿਖ ਦਿੱਤੇ ਹਨ। ਉਹ ਚੰਗੇ ਕਰਮ ਲਿਖਣ ਕਰਕੇ ਉਹ ਸਾਧ ਸੰਗਤ ਵਿੱਚ ਆਉਂਦੇ ਨੇ। ਵਡ ਭਾਗੀ ਹਰ ਸੰਗਤ ਪਾਵੇਂ ਭਾਗਹੀਨ ਭ੍ਰਮ ਚੋਟਾਂ ਖਾਵੇਂ। ਵਿਣ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੈ ਜੀਓ। ਇਸੇ ਦੀ ਪਾਤਸ਼ਾਹ ਨੇ ਸਾਨੂੰ ਮਾਘ ਦੇ ਮਹੀਨੇ ਦਾ ਉਪਦੇਸ਼ ਕਰਦਿਆਂ ਉਹ ਜੀਵਨ ਜਾਚ ਦੱਸੀ ਹੈ ਤੇ ਆਖਿਆ ਗੁਰੂ ਕੇ ਸਿੱਖ ਨੇ ਕੀ ਕਰਨਾ। ਤੀਰਥਾਂ ਤੇ ਨਹਾਉਣ ਨਹੀਂ ਦੌੜਨਾ। ਤੀਰਥਾਂ ਤੇ ਨਹਾਉਣ ਨਾਲ ਕੁਝ ਪ੍ਰਾਪਤੀ ਨਹੀਂ, ਬਲਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ। ਸਾਧ ਸੰਗਤ ਵਿੱਚ ਮਨ ਕਰਕੇ ਇਸ਼ਨਾਨ ਕਰ। ਮਾਘ ਦੇ ਘੱਗੇ ਨੂੰ ਸਿਆਰੀ ਹੈ। ਮਾਘ ਦੇ ਮਹੀਨੇ ਵਿੱਚ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨ ਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਭਾਈ ਰੇ ਸੁਖ ਸਾਧ ਸੰਗ ਪਾਇਆ। ਸੱਚਾ ਸੁਖ ਤੇ ਭਾਈ ਗੁਰੂ ਦੀ ਸੰਗਤ ਵਿੱਚ ਆਇਆ ਪ੍ਰਾਪਤ ਹੁੰਦਾ। ਇਸੇ ਲਈ ਭੱਟ ਕੀਰਤ ਜੀ ਨੇ ਅਰਦਾਸ ਕਰਦਿਆਂ ਕਿਹਾ ਹਮੇ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਚੋਂ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। हे ਸਤਿਗੁਰੂ ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰੱਖੋ।
ਤਾਂ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਾਣੀ ਮਾਤਰ ਨੂੰ ਇਸ ਗੱਲ ਦੀ ਜਾਣਕਾਰੀ ਦੇ ਰਹੇ ਨੇ, ਭਾਈ ਜੇ ਸੱਚਾ ਸੁਖ ਚਾਹੀਦਾ ਉਹ ਤਾਂ ਮਿਲੇਗਾ ਗੁਰੂ ਦੀ ਸੰਗਤ ਵਿੱਚ। ਤੇ ਗੁਰੂ ਦੀ ਸੰਗਤ ਕਿਹਨਾਂ ਨੂੰ ਮਿਲੇਗੀ? ਜਿਨ੍ਹਾਂ ਦੇ ਮੱਥੇ ਉੱਤੇ ਲਿਖਿਆ ਲੇਖ ਤਿਨ ਪੁਰਖ ਵਿਧਾਤੈ ਦੁੱਖ ਸਹਿਸਾ ਮਿਟ ਗਿਆ, ਉਹਨਾਂ ਦਾ ਫਿਰ ਦੁੱਖ ਤੇ ਸਹਿਸਾ ਸਹਿਮ ਡਰ, ਕਿਉਂਕਿ ਆਮ ਤੌਰ ਤੇ ਵੇਖੀਦਾ ਹੈ ਕਿ ਹਰ ਮਨੁੱਖ ਡਰਿਆ ਹੋਇਆ, ਤੇ ਡਰ ਵਿੱਚ ਇਹ ਭੈ ਭੀਤ ਹੈ ਕਿ ਪਤਾ ਨਹੀਂ ਕੱਲ ਨੂੰ ਕੀ ਹੋ ਜਾਏਗਾ, ਪਤਾ ਨਹੀਂ ਕੱਲ ਨੂੰ ਕੀ ਹੋ ਜਾਏਗਾ। ਪਰ ਜਿਸ ਦਿਨ ਉਹਦਾ ਭਰੋਸਾ, ਉਹਦਾ ਵਿਸ਼ਵਾਸ ਉਸ ਵਾਹਿਗੁਰੂ ਅਕਾਲ ਪੁਰਖ ਤੇ ਹੋ ਜਾਂਦਾ ਹੈ ਜੋ ਅਬਿਨਾਸੀ ਹੈ, ਜੋ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਨਾ ਹੋ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨ ਚੁੱਕੈ ਭੋਗ। ਜਿਸ ਦਾ ਪ੍ਰਬੰਧ, ਜਿਸ ਦੀਆਂ ਦਾਤਾਂ, ਜਿਸ ਦੇ ਖਜ਼ਾਨੇ ਇਤਨੇ ਵੱਡੇ ਹਨ ਕਿ ਉਹ ਕਦੇ ਮੁੱਕਦੇ ਹੀ ਨਹੀਂ। ਰੋਜ਼ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਲੈਣ ਵਾਲੇ ਤੇ ਥੱਕ ਜਾਂਦੇ ਨੇ ਪਰ ਦੇਣ ਵਾਲਾ ਕਦੇ ਥੱਕਦਾ ਨਹੀਂ। ਦੇਂਦਾ ਦੇ ਲੈਂਦੇ ਥੱਕ ਪਾਹੇ, ਲੈਣ ਵਾਲੇ ਜੀਵ ਤੇ ਮੁੱਕ ਜਾਂਦੇ ਨੇ ਪਰ ਉਹਦੇ ਖਜ਼ਾਨੇ ਕਦੇ ਨਹੀਂ ਮੁੱਕਦੇ। ਤੋ ਗੱਲ ਕੀ, ਗੁਰੂ ਪਾਤਸ਼ਾਹ ਸਾਨੂੰ ਭਟਕਣਾ ਤੋਂ ਬਚਾਉਣ ਲਈ ਸਹੀ ਮਾਰਗ ਦਰਸ਼ਨ ਕਰਦੇ ਹਨ। ਹੈ ਭਾਈ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਨ ਪੁਰਖ ਵਿਧਾਤੈ ਦੁੱਖ ਸਹਿਸਾ ਮਿਟ ਗਿਆ। ਉਸ ਭਾਗਸ਼ਾਲੀ ਪ੍ਰਾਣੀ ਦਾ ਇਹ ਜਨਮ ਮਰਨ ਦਾ ਦੁੱਖ, ਇਹ ਭਟਕਣਾ ਦਾ ਦੁੱਖ ਤੇ ਹਰ ਵੇਲੇ ਸਹਿਸਾ ਸਹਿਮ ਡਰ ਜਿਹੜਾ ਚੰਬੜਿਆ ਹੋਇਆ ਮਿਟ ਗਿਆ, ਕਿਉਂਕਿ ਜਿਸ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੀ ਓਟ ਮਿਲ ਜਾਂਦੀ ਹੈ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ, ਸੇ ਸਿਮਰੈ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪਰ ਮਨੁੱਖ ਦੀ ਹਾਲਤ ਕੀ ਹੈ? ਇਹ ਸੰਸਾਰ ਦੇ ਪਦਾਰਥ ਤੇ ਉਹਨਾਂ ਪਦਾਰਥਾਂ ਦੇ ਰੰਗਾਂ ਵਿੱਚ ਫਸ ਜਾਂਦਾ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਦੇ ਬਿਲਾਸ, ਮਨ ਦੀਆਂ ਉਹ ਭਾਵਨਾਵਾਂ ਨੂੰ ਪੂਰਾ ਕਰਨ ਵਾਸਤੇ ਬਹੁ ਰੰਗ ਘਣਾ, ਕਈ ਤਰ੍ਹਾਂ ਦੇ ਰੰਗਾਂ ਵਿੱਚ ਖਚਤ ਹੋ ਜਾਂਦਾ। ਕਈ ਵਾਰ ਮਨੁੱਖ ਨੂੰ ਦੇਖਿਆ ਹੈ ਕਿ ਇਹ ਕੱਪੜਿਆਂ ਉੱਤੇ, ਪਦਾਰਥਾਂ ਉੱਤੇ ਇਤਨਾ ਜ਼ਿਆਦਾ ਲੱਟੂ ਹੁੰਦਾ, ਇਤਨਾ ਫਸ ਜਾਂਦਾ ਕਿ ਬਸ ਉਹਨਾਂ ਵਿੱਚ ਹੀ, ਜਿਵੇਂ ਪਾਤਸ਼ਾਹ ਨੇ ਫਰਮਾਇਆ ਨਾ, ਮਾਖੀ ਰਾਮ ਕੀ ਤੂੰ ਮਾਖੀ। ਮੱਖੀ ਕਿਉਂ ਕਿਹਾ ਇਸ ਨੂੰ? ਜਿਵੇਂ ਮੱਖੀ ਦਾ ਸੁਭਾਅ ਹੈ, ਮੱਖੀ ਮਿੱਠੇ ਮਰਨਾ, ਮਿੱਠੇ ਉੱਤੇ ਮਰ ਜਾਂਦੀ। ਇਹ ਮਨੁੱਖ ਜੀਵ, ਮੈਂ ਤੇ ਤੁਸੀਂ ਵੀ ਇਸੇ ਤਰ੍ਹਾਂ ਮਾਇਆ ਦੀ ਚਮਕ ਦਮਕ ਦੇਖ ਕੇ ਉਹਦੇ ਮੋਹ ਵਿੱਚ ਫਸ ਜਾਂਦਾ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਭੂਲ ਲੱਲੇ ਨੂੰ ਸਿਆਰੀ ਹੈ, ਦ੍ਰਿਸ਼ਟੀ ਦੁਆਰਾ ਦੇਖਦੇ ਹੀ ਭੁੱਲ ਜਾਂਦਾ, ਔਰ ਮਾਇਆ ਦੇ ਰੰਗਾਂ ਨੂੰ ਦੇਖ ਕੇ ਬਸ ਇੰਨਾ ਖੁਸ਼ ਹੋ ਜਾਂਦਾ, ਇੰਨਾ ਫਸ ਜਾਂਦਾ। ਗੁਰਬਾਣੀ ਵਿੱਚ ਤਾਂ ਐਸੇ ਐਸੇ ਮਿਸਾਲਾਂ ਦੇ ਕੇ ਮਹਾਰਾਜ ਨੇ ਸਮਝਾਇਆ। ਆਖਿਆ ਜਿਸ ਤਰ੍ਹਾਂ ਬਾਂਦਰ ਨੂੰ ਫੜਨ ਵਾਲੇ ਸ਼ਿਕਾਰੀ ਕੀ ਕਰਦੇ, ਉਹ ਧਰਤੀ ਦੇ ਉੱਤੇ ਇੱਕ ਛੋਟੇ ਜਿਹੇ ਮੂੰਹ ਵਾਲਾ ਕੁੱਜਾ ਦੱਬ ਦਿੰਦੇ,
ਉਹਦੇ ਵਿੱਚ ਕੁਝ ਛੋਲਿਆਂ ਦੇ ਦਾਣੇ ਪਾ ਦਿੰਦੇ ਨੇ ਔਰ ਕੁਝ ਦਾਣੇ ਉਸਦੇ ਆਲੇ ਦੁਆਲੇ ਖਰੇੜ ਦਿੰਦੇ ਨੇ। ਆਪਣੇ ਆਪ ਨੂੰ ਚਤੁਰ ਸਮਝਣ ਵਾਲਾ ਇਹ ਬਾਂਦਰ ਉਹਨਾਂ ਕੁੱਜੇ ਦੇ ਆਲੇ ਦੁਆਲੇ ਖਿਲ ਰਿਆਂ ਦਾਣਿਆਂ ਨੂੰ ਚੁਗਦਾ ਹੈ। ਜਦੋਂ ਮੁੱਕ ਜਾਂਦੇ ਨੇ ਫਿਰ ਇਹਦਾ ਧਿਆਨ ਕੁੱਜੇ ਵਿੱਚ ਜਾਂਦਾ ਤੇ ਕੁੱਜੇ ਵਿੱਚ ਉਹਨਾਂ ਪਏ ਹੋਏ ਦਾਣਿਆਂ ਨੂੰ ਕੱਢਣ ਵਾਸਤੇ ਆਪਣਾ ਹੱਥ ਉਹਦੇ ਵਿੱਚ ਪਾਉਂਦਾ। ਜਦੋਂ ਹੱਥ ਪਾਉਂਦਾ ਉਦੋਂ ਤੇ ਖਾਲੀ ਹੁੰਦਾ ਤੇ ਉਹ ਚਲਾ ਜਾਂਦਾ, ਪਰ ਜਦੋਂ ਇਹ ਮੁੱਠੀ ਭਰ ਲੈਂਦਾ ਹੁਣ ਉਹ ਹੱਥ ਮੋਟਾ ਹੋ ਗਿਆ, ਕੁੱਜੇ ਦਾ ਮੂੰਹ ਛੋਟਾ ਹੈ, ਉਹਦੇ ਵਿੱਚੋਂ ਹੁਣ ਹੱਥ ਨਿਕਲਦਾ ਨਹੀਂ। ਪਾਤਸ਼ਾਹ ਨੇ ਮਿਸਾਲ ਦਿੱਤੀ, ਜਿਉਂ ਕੱਪ ਕੇ ਕਰ ਮੁਸ਼ਟ ਚੰਨਨ ਕੀ ਲੁਬਧ ਨ ਤਿਆਗ ਦਿਓ। ਕੱਪ ਕਹਿੰਦੇ ਨੇ ਬਾਂਦਰ ਨੂੰ, ਜਿਵੇਂ ਬਾਂਦਰ ਨੇ ਆਪ ਹੀ ਦਾਣਿਆਂ ਦੀ ਮੁੱਠੀ ਭਰੀ, ਪਰ ਹੁਣ ਉਹ ਕੁੱਜੇ ਦੇ ਵਿੱਚੋਂ ਹੱਥ ਨਿਕਲਦਾ ਨਹੀਂ ਤੇ ਇੰਨੀ ਦੇਰ ਨੂੰ ਸ਼ਿਕਾਰੀ ਆ ਕੇ ਕੰਬਲ ਪਾ ਲੈਂਦਾ ਤੇ ਉਸ ਨੂੰ ਪਕੜ ਕੇ ਫਿਰ ਉਹਦੇ ਗਲ ਵਿੱਚ ਰੱਸੀ ਪਾ ਕੇ ਉਹਨੂੰ ਘਰ ਕਰਨ ਚਾਹੁੰਦਾ ਫਿਰਦਾ। ਬਸ ਮਨੁੱਖ ਦੀ ਵੀ ਇਹੋ ਹਾਲਤ। ਮਨ ਬਿਲਾਸ ਬਹੁ ਰੰਗ ਕਹਿਣਾ, ਦ੍ਰਿਸ਼ਟ ਭੂਲ ਖੁਸ਼ੀਆਂ, ਛਤਰ ਧਾਰ ਬਾਦਸ਼ਾਹੀਆਂ ਵਿੱਚ ਸੈਸੇ ਪਰੀਆਂ। ਛਤਰ ਧਾਰ ਬੜੇ ਬੜੇ ਵੱਡੇ ਰਾਜੇ ਹੋਏ ਹਨ ਜਿਨ੍ਹਾਂ ਦੇ ਸਿਰ ਤੇ ਛਤਰ ਤੁਰਦੇ ਸਨ। ਜਿਵੇਂ ਭਗਤ ਜੀ ਨੇ ਬੜੀ ਸੁੰਦਰ ਮੱਤ ਦਿੱਤੀ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਆਖਿਆ ਇਸ ਦੇਹੀ ਨੇ ਇੱਕ ਦਿਨ ਖਤਮ ਹੋ ਜਾਣਾ। ਉਹ ਲੋਕ ਵੀ ਨਹੀਂ ਰਹੇ, ਗਹਿਰੀ ਕਰਕੇ ਨੀਮ ਖੁਦਾਈ, ऊपर मंडप छाए, मार कंडे ते को अदखाई, जिन तृण धर मूंड बुलाए। आख्या जिन्हों ने बहुत डूंगियां नीयां पट्टियां, जिन्हों ने बहुत बड़े बड़े महर माड़ियां बनाइया, वो भी संसार तो चले गए। ते मारकंडे ऋषि वर्गे जिन्हों की उम्र हजारां बरस दसी जाती ਤੇ ਉਹਨਾਂ ਨੇ ਕੋਈ ਮਕਾਨ ਹੀ ਨਹੀਂ ਬਣਾਇਆ। ਉਹਨਾਂ ਨੇ ਇੱਕ ਛਪਰੀ ਬਣਾ ਕੇ ਹੀ ਆਪਣਾ ਸਾਰਾ ਜੀਵਨ ਗੁਜ਼ਾਰ ਦਿੱਤਾ। ਦੋਵਾਂ ਦੀ ਮਿਸਾਲ ਦਿੱਤੀ ਹੈ ਤੇ ਆਖਿਆ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਮੇਰੀ ਮੇਰੀ ਕਹਿਰੋ ਕਰਤੇ ਦੁਰਜੋਧਨ ਸੇ ਭਾਈ, 12 जोजन छतर चले था देही गिरजन खाई। सर्व सोइन की लंका होती, रावण ते अधकाई। कहाँ भय दर बांधे हाथी, खिन में भई पराई। पर छतर धार बादशाहियां, विच सहसे परियां। ये सब सहम दे थले, डर दे थले, इन्हां नूं खतरा ही खतरा है। पता नहीं कदों ये सब चीज़ां नाश हो जान। फिर पातशाह कहते भाई रहे सुख साध संग पाया, लिखिया लेख तिन पुरख विधाता, दुख सहसा मिट गया राहो। जेते थान थनंतरा, तेते भवे आया। कई लोगों नूं बड़ी खुशी हुंदी है, असी उत्थे गए, असी उत्थे गए। पातशाह कहते बड़े थान थनंतर, जितने भी देश का शंतर हैं उन्हां दीयां सैरां भी कर आया। पावा आया, पावा आया का मतलब भरमण करके आ गया, पटक के आ गया। ते धन पाती वड भूमियां, मेरी मेरी कर भरिया। धन पाती का मतलब है धना का पात्र, भाव बहुत दुनिया का धन इकट्ठा कर लिया। तो लोग कहन लग पे जी ये बड़ा धन पात्री है, ये बड़ा अमीर बंदा है। वड भूमियां, बड़िया भूमियां का मालक बन गए, जगीरदार हो गया।
ਔਰ ਮੇਰੀ ਮੇਰੀ ਕਰ ਪਰੇ। ਬਸ ਫਿਰ ਉਹਨਾਂ ਚੀਜ਼ਾਂ ਨੂੰ ਆਪਣੀ ਆਪਣੀ ਕਹਿ ਕੇ ਫਸ ਗਿਆ ਤੇ ਉਹਨਾਂ ਦੀ ਸ਼ਕਤੀ ਪ੍ਰਾਪਤ ਕਰਕੇ ਹੁਕਮ ਚਲਾਏ, ਨਿਸੰਗ ਹੋਏ, ਵਰਤੈ ਅਫਰਿਆ। ਹੁਕਮ ਚਲਾਏ, ਦੂਜਿਆਂ ਤੇ ਆਰਡਰ ਚਲਾਉਂਦਾ, ਨਿਸੰਗ ਹੋਏ, ਬੇਪਰਵਾਹ ਹੋ ਕੇ, ਇਸ ਗੱਲ ਦੀ ਝਿਜਕ ਨਹੀਂ ਕਰਦਾ ਕੱਲ ਮੈਂ ਕੀ ਸਾਂ ਤੇ ਕੱਲ ਕੀ ਹੋਣਾ, ਬਲਕਿ ਵਰਤੈ ਅਫਰਿਆ। ਅਫਰਿਆ ਦਾ ਮਤਲਬ ਆਫਰਿਆ ਹੋਇਆ, ਆਕੜਿਆ ਹੋਇਆ, ਛਾਤੀ ਤਾਣ ਕੇ ਹੁਕਮ ਚਲਾਉਂਦਾ। ਮਾਟੀ ਕੋ ਪੁੱਤਰਾ कैसे नचत है, देखे देखे सुने बोले, दौरे हो फिरत है। जब कछ पावे तब गर्व करत है, माया गई तब रोवन लगत है। हुक्म चलाए, निसंग होए, वरतै अफरिया। सबको वसगत कर लियो, बिन नामे खाक रलिया। इतनी शक्ति का मालिक बन गए कि सब को वसगत कर लियो, सारियां थावां ते अपना राज चलाउंदा है, अपना हुक्म चलाउंदा। भाव इतना शक्तिशाली हो गया। रोज आपां पढ़दे हां, माते मतंग जरे जर संग, अनूप्यो तंग सुरंग सवारे। कोट तुरंग कुरंग से कूदत, पौन के गौन को जात निवारे। भारी पुजान के भूप बलि विद, न्यावत शीस न जात विचारे। एते भय तो कहाँ भय भूपत, अंत को नंगे ही पाए पधारे। इतनियां इतनियां शक्तियां दा मालिक हो के, हाथियां घोड़ियां दा मालिक हो के, ਵੱਡੀਆਂ ਵੱਡੀਆਂ ਫੌਜਾਂ ਦਾ ਮਾਲਕ ਹੋ ਕੇ ਵੀ ਇਸ ਨੂੰ ਖਤਰਾ ਹੀ ਹੈ। ਕਹਿੰਦੇ ਸਭ ਕੋ ਵਸਗਤ ਕਰ ਲਿਓ, ਬਿਨ ਨਾਮੇ ਖਾਕ ਰਲਿਆ। ਪਰ ਪਰਮੇਸ਼ਵਰ ਦਾ ਨਾਮ ਜਪੇ ਤੋਂ ਬਿਨਾਂ ਅਖੀਰ ਵਿੱਚ ਮਨੁੱਖ ਦਾ ਹਸ਼ਰ ਕੀ ਹੋਇਆ? ਖਾਕ, ਮਿੱਟੀ ਵਿੱਚ ਰਲ ਗਈ, ਸੁਆਹ ਬਣ ਗਿਆ। ਤਾਂ ਤੇ ਗੁਰਦੇਵ ਫਰਮਾਉਂਦੇ ਨੇ ਫਿਰ ਵੀ ਸੁੱਖ ਨਹੀਂ। ਕੋਟ ਤੇ 30 ਸੇਵਕਾ, ਸਿੱਧ ਸਾਧਕ ਦਰ ਖਰਿਆ। ਕਰੋੜਾਂ ਦੇਵਤਿਆਂ ਨੂੰ ਵੀ ਆਪਣੇ ਨੌਕਰ ਬਣਾ ਲਿਆ। ਜਿਵੇਂ ਰਾਜਾ ਰਾਵਣ ਬਾਰੇ ਆਮ ਪ੍ਰਸਿੱਧ ਹੈ ਕਿ ਉਹਦੇ ਘਰ ਇੰਨਾ ਵੱਡਾ ਪਰਿਵਾਰ ਸੀ, 1 ਲੱਖ ਪੂਤ, 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨੰਬਾਤੀ। ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ। ਜਿਹੜਾ ਇੰਨੀ ਸ਼ਕਤੀ ਦਾ ਮਾਲਕ ਸੀ ਰਾਵਣ, ਕੋਟ ਤੇ 30 ਸੇਵਕਾ, ਸਿੱਧ ਸਾਧਕ ਦਰ ਖਰਿਆ। ਬੜੇ ਬੜੇ ਸਿੱਧ ਪੁਰਸ਼, ਬੜੇ ਬੜੇ ਸਾਧਨਾ ਕਰਨ ਵਾਲੇ, ਜਿਹਦੇ ਦਰ ਉੱਤੇ ਹਰ ਵੇਲੇ ਖੜੇ ਰਹਿੰਦੇ। ਗਿਰੰਬਾਰੀ ਵਡ ਸਾਹਿਬੀ, ਸਭ ਨਾਨਕ ਸੁਪਨ ਥੀਆ। ਗਿਰੰਬਾਰੀ ਦਾ ਮਤਲਬ, ਗਿਰ ਕਹਿੰਦੇ ਪਹਾੜਾਂ ਨੂੰ, ਜਿਨ੍ਹਾਂ ਪਹਾੜਾਂ ਦੀਆਂ ਉੱਚੀਆਂ ਟੀਸੀਆਂ ਤੀਕਰ ਜਿਨ੍ਹਾਂ ਦੇ ਮਹਿਲ। ਵਡ ਸਾਹਿਬੀ, ਜਿਹਨੂੰ ਹੁਕਮ ਹਾਸਲ ਹੈ, ਬਹੁਤ ਦੂਰ ਦੂਰ ਤੀਕਰ ਜਿਹਦਾ ਹੁਕਮ ਚੱਲਦਾ ਹੈ। ਪਰ ਨਾਨਕ ਸੁਪਨ ਥੀਆ, ਨਾਨਕ ਜੀ ਫਰਮਾਉਂਦੇ ਨੇ ਇਹ ਸਭ ਕੁਝ ਸੁਪਨਾ ਹੋ ਜਾਂਦਾ। ਸੁਪਨੇ ਦਾ ਮਤਲਬ ਸਭ ਕੁਝ ਖਤਮ ਹੋ ਜਾਂਦਾ ਹੈ, ਭੁੱਲ ਜਾਂਦਾ। ਇਹ ਚੀਜ਼ਾਂ ਸਦੀਵੀ ਨਹੀਂ ਹੈ ਤੇ ਇਹਨਾਂ ਤੋਂ ਪ੍ਰਾਪਤ ਹੋਣ ਵਾਲਾ ਸੁੱਖ ਵੀ ਸਦੀਵੀ ਨਹੀਂ। ਤਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰੇ ਸੁਖ ਸਾਧ ਸੰਗ ਪਾਇਆ। ਜੇ ਸੱਚਾ ਸੁੱਖ ਲੈਣਾ ਤੇ ਗੁਰੂ ਦੀ ਸੰਗਤ ਵਿੱਚ ਆਓ। ਤੇ ਲਿਖਿਆ ਲੇਖ ਤਿਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ। ਜਿਨ੍ਹਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਲੇਖ ਲਿਖਿਆ, ਉਹਨਾਂ ਨੂੰ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਔਰ ਉਹਨਾਂ ਦਾ ਸਾਰਾ ਦੁੱਖ ਸਹਿਸਾ ਮਿਟ ਜਾਂਦਾ। ਆਓ ਇਸ ਤੋਂ ਪ੍ਰੇਰਨਾ ਲੈ ਕੇ
ਨਿਤਾ ਪ੍ਰਤੀ ਗੁਰੂ ਦੀ ਸੰਗਤ ਵਿੱਚ ਜੁੜਿਆ ਕਰੀਏ, ਗੁਰਬਾਣੀ ਦਾ ਵਿਚਾਰ ਕਰੀਏ, ਔਰ ਜਿਉਂ-ਜਿਉਂ ਗੁਰਬਾਣੀ ਦੀ ਵਿਚਾਰ ਨਾਲ ਜੁੜਾਂਗੇ ਤਿਉਂ-ਤਿਉਂ ਸੱਚੇ ਸੁੱਖ ਦੀ ਪ੍ਰਾਪਤੀ ਹੋਵੇਗੀ।